ਅਮਰੀਕਾ ਤੇ ਭਾਰਤ ਦੀ ਟ੍ਰੇਡ ਡੀਲ ਵਿੱਚ ਖੇਤੀ ਤੇ ਡੇਅਰੀ ਸੈਕਟਰ ਨੂੰ ਲੈ ਕੇ ਕੀ ਹੈ ਵਿਵਾਦ। ਪੰਜਾਬ ਦੇ ਕਿਸਾਨ ਆਗੂ ਇਸ ਵਾਰ ਕੀ ਮੋਰਚਾ ਖੋਲ ਰਹੇ ਨੇ। ਜਾਣਾਂਗੇ ਸਾਡੀ ਅੱਜ ਦੀ ਖਾਸ ਰਿਪੋਰਟ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਫਤਿਹ ਮੀਡੀਆ 5। ਅਮਰੀਕਾ ਤੇ ਭਾਰਤ ਦੇ ਨਵੇਂ ਵਪਾਰਕ ਸਮਝੌਤੇ ਟ੍ਰੇਡ ਡੀਲ ਦੇ ਐਲਾਨ ਮਗਰੋਂ ਕਿਸਾਨ ਯੂਨੀਅਨਾਂ ਲਈ ਕਈ ਖਦਸ਼ੇ ਖੜੇ ਹੋ ਗਏ ਨੇ। ਕਿਸਾਨ ਯੂਨੀਅਨਾਂ ਦਾ ਖਦਸ਼ਾ ਹੈ ਕਿ ਨਵੇਂ ਸਮਝੌਤੇ ਮਗਰੋਂ ਵੱਡੇ ਪੱਧਰ ਉੱਤੇ ਅਮਰੀਕਾ ਦੇ ਖੇਤੀ ਉਤਪਾਦਾਂ ਦੀ ਦਰਾਮਦ ਯਾਨੀ ਕਿ ਆਯਾਤ ਵਧੇਗੀ। ਉਹਨਾਂ ਦਾ ਇਲਜ਼ਾਮ ਹੈ ਕਿ ਅਮਰੀਕੀ ਖੇਤੀ ਉਤਪਾਦਾਂ ਨਾਲ ਭਾਰਤ ਦਾ ਘਰੇਲੂ ਬਾਜ਼ਾਰ ਭਰ ਜਾਵੇਗਾ ਤੇ ਸਿੱਟੇ ਵਜੋਂ ਦੇਸ਼ ਦੇ ਕਿਸਾਨਾਂ ਤੇ ਖੇਤੀ ਸੈਕਟਰ ਦਾ ਭਾਰੀ ਨੁਕਸਾਨ ਹੋਏਗਾ। ਉਹਨਾਂ ਦੇ ਖਦਸ਼ੇ ਅਮਰੀਕਾ ਦੀ ਖੇਤੀਬਾੜੀ ਸਕੱਤਰ ਬਰੂਕ ਰੋਲਿਨਸ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਪਾਏ ਬਿਆਨ ਤੋਂ ਬਾਅਦ ਪੈਦਾ ਹੋਏ ਨੇ। ਬਰੂਕ ਰੋਲਿਨਸ ਨੇ ਇਸ ਬਿਆਨ ਦੇ ਵਿੱਚ ਦਾਅਵਾ ਕੀਤਾ ਸੀ ਕਿ ਅਮਰੀਕਾ ਭਾਰਤ ਦੇ ਵਿਸ਼ਾਲ ਬਾਜ਼ਾਰ ਵਿੱਚ ਹੋਰ ਖੇਤੀ ਉਤਪਾਦਾਂ ਦੀ ਬਰਾਮਦ ਯਾਨੀ ਕਿ ਨਿਰਯਾਤ ਕਰੇਗਾ। ਸੰਯੁਕਤ ਕਿਸਾਨ ਮੋਰਚੇ ਦਾ ਦਾਅਵਾ ਹੈ ਕਿ ਭਾਰਤ ਸਰਕਾਰ ਨੇ ਅਮਰੀਕਾ ਤੋਂ ਭਾਰਤ ਵਿੱਚ ਦਰਾਮਦ ਹੋਣ ਵਾਲੀਆਂ ਵਸਤਾਂ ਉੱਤੇ 0% ਟੈਕਸ ਨੂੰ ਮਨਜ਼ੂਰ ਕੀਤਾ ਹੈ। ਹਾਲਾਂਕਿ 0% ਟੈਕਸ ਬਾਰੇ ਅਜੇ ਤੱਕ ਸਥਿਤੀ ਸਪਸ਼ਟ ਨਹੀਂ ਹੋਈ ਹੈ। ਭਾਰਤ ਸਰਕਾਰ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉਧਰ ਅਮਰੀਕਾ ਦੇ ਖੇਤੀਬਾੜੀ ਸਕੱਤਰ ਨੇ ਕਿਹੜਾ ਬਿਆਨ ਦਿੱਤਾ ਤਾਂ ਦੱਸਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕਰਦਿਆਂ ਖੇਤੀਬਾੜੀ ਸਕੱਤਰ ਬਰੂਕ ਰੋਲਿਨਸ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਉੱਤੇ ਲਿਖਿਆ ਕਿ ਨਵਾਂ ਅਮਰੀਕਾ ਭਾਰਤ ਸਮਝੌਤਾ ਭਾਰਤ ਦੇ ਵਿਸ਼ਾਲ ਬਾਜ਼ਾਰ ਵਿੱਚ ਹੋਰ ਅਮਰੀਕੀ ਖੇਤੀ ਉਤਪਾਦਾਂ ਦੇ ਬਰਾਮਦ ਨੂੰ ਯਕੀਨੀ ਬਣਾਏਗਾ, ਜਿਸ ਨਾਲ ਕੀਮਤਾਂ ਵਧਣਗੀਆਂ ਤੇ ਅਮਰੀਕਾ ਦੇ ਦਿਹਾਤੀ ਇਲਾਕਿਆਂ ਵਿੱਚ ਨਕਦੀ ਦਾ ਪ੍ਰਵਾਹ ਹੋਏਗਾ। 2024 ਵਿੱਚ ਭਾਰਤ ਨਾਲ ਅਮਰੀਕਾ ਦਾ ਖੇਤੀਬਾੜੀ ਵਪਾਰ ਘਾਟਾ 1.3 ਬਿਲੀਅਨ ਡਾਲਰ ਸੀ। ਭਾਰਤ ਦੀ ਵਧ ਰਹੀ ਆਬਾਦੀ ਅਮਰੀਕੀ ਖੇਤੀ ਉਤਪਾਦਾਂ ਦੇ ਲਈ ਇੱਕ ਮਹੱਤਵਪੂਰਨ ਬਾਜ਼ਾਰ ਹੈ ਤੇ ਅੱਜ ਦਾ ਇਹ ਸਮਝੌਤਾ ਇਸ ਘਾਟੇ ਨੂੰ ਘਟਾਉਣ ਵਿੱਚ ਕਾਫੀ ਮਦਦਗਾਰ ਸਾਬਿਤ ਹੋਏਗਾ। ਪੋਸਟ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਖੇਤੀਬਾੜੀ ਸੈਕਟਰ ਦੇ ਲਈ ਕੀਤੇ ਗਏ ਦਰਜਨਾਂ ਹੋਰ ਸਮਝੌਤਿਆਂ ਸਮੇਤ ਅਮਰੀਕਾ ਦੀ ਪਹਿਲੀ ਵੱਡੀ ਜਿੱਤ ਹੈ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਬਿਆਨ ਸਾਂਝਾ ਕਰਦਿਆਂ ਕਿਹਾ ਕਿ ਭਾਰਤ ਨੇ ਅਮਰੀਕਾ ਦੇ ਨਾਲ ਦੁਵੱਲੇ ਪਰ ਸਮਝੌਤੇ ਦੌਰਾਨ ਖੇਤੀਬਾੜੀ ਤੇ ਡੇਅਰੀ ਖੇਤਰ ਦੀ ਸੁਰੱਖਿਆ ਯਕੀਨੀ ਬਣਾਈ ਹੈ। ਹਾਲਾਂਕਿ ਕੇਂਦਰੀ ਮੰਤਰੀ ਨੇ ਅਮਰੀਕਾ ਤੋਂ ਭਾਰਤ ਦੇ ਵਿੱਚ ਦਰਾਮਦ ਹੋਣ ਵਾਲੇ ਖੇਤੀ ਉਤਪਾਦਾਂ ਉੱਤੇ ਲੱਗਣ ਵਾਲੀਆਂ ਦਰਾਂ ਬਾਰੇ ਆਪਣੇ ਬਿਆਨ ਵਿੱਚ ਜਾਣਕਾਰੀ ਨਹੀਂ ਦਿੱਤੀ। ਉਹਨਾਂ ਕਿਹਾ ਦੋਵੇਂ ਦੇਸ਼ ਆਪਣੀ ਅਰਥ ਵਿਵਸਥਾ ਦੇ ਮਹੱਤਵਪੂਰਨ ਖੇਤਰਾਂ ਦੀ ਰੱਖਿਆ ਕਰਦੇ ਹੋਏ ਸਰਵੋਤਮ ਨਤੀਜੇ ਯਕੀਨੀ ਬਣਾਉਣ ਚਾਹੁੰਦੇ ਨੇ। ਇਸ ਗੱਲਬਾਤ ਦੇ ਦੌਰ ਦੇ ਦੌਰਾਨ ਭਾਰਤ ਆਪਣੇ ਸੰਵੇਦਨਸ਼ੀਲ ਖੇਤਰ ਜਿਨ੍ਹਾਂ ਵਿੱਚ ਖਾਸ ਤੌਰ ਉੱਤੇ ਖੇਤੀ ਡੇਅਰੀ ਖੇਤਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਵਿੱਚ ਸਫਲ ਰਿਹਾ ਹੈ। ਅਮਰੀਕਾ ਦੇ ਵੀ ਕੁਝ ਅਜਿਹੇ ਸੰਵੇਦਨਸ਼ੀਲ ਖੇਤਰ ਸੀ ਜਿਹੜੇ ਉਹਨਾਂ ਦੇ ਨਜ਼ਰੀਏ ਵਿੱਚ ਸੰਵੇਦਨਸ਼ੀਲ ਸਨ। ਲਗਭਗ 1 ਸਾਲ ਤੱਕ ਚੱਲੀ ਚਰਚਾ ਦੇ ਕਈ ਦੌਰਾਂ ਮਗਰੋਂ ਦੋਵੇਂ ਪੱਖ ਦੁਵੱਲੇ ਵਪਾਰਕ ਸਮਝੌਤੇ ਦੇ ਕਈ ਖੇਤਰਾਂ ਨੂੰ ਅੰਤਿਮ ਰੂਪ ਦੇਣ ਵਿੱਚ ਸਫਲ ਰਹੇ ਨੇ। ਆਪਣੇ ਬਿਆਨ ਦੇ ਵਿੱਚ ਲੋਕ ਸਭਾ ਦੇ ਸਦਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੈਂ ਸਦਨ ਸਾਹਮਣੇ ਦੁਹਰਾਉਣਾ ਚਾਹੁੰਦਾ ਕਿ ਭੋਜਨ ਤੇ ਖੇਤੀ ਖੇਤਰ ਦੀ ਸੰਵੇਦਨਸ਼ੀਲਤਾ ਦਾ ਧਿਆਨ ਰੱਖਿਆ ਗਿਆ। ਸੰਯੁਕਤ ਕਿਸਾਨ ਮੋਰਚਾ ਨੇ ਇਸ ਸਮਝੌਤੇ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਕਿਸਾਨਾਂ ਨਾਲ ਗੱਦਾਰੀ ਕਰਾਰ ਦਿੱਤਾ ਹੈ। ਉਧਰ ਮੋਰਚੇ ਨੇ ਇਹ ਇਲਜ਼ਾਮ ਲਗਾਇਆ ਕਿ ਮੋਦੀ ਸਰਕਾਰ ਨੇ ਅਮਰੀਕੀ ਸਾਮਰਾਜਵਾਦ ਦੇ ਦਬਾਅ ਹੇਠ ਅਮਰੀਕੀ ਖੇਤੀਬਾੜੀ ਦਰਾਮਦ ਉੱਤੇ 0 ਕਰ ਮਨਜ਼ੂਰ ਕੀਤਾ ਹੈ। ਮੋਰਚੇ ਨੇ ਕਿਹਾ ਕਿ ਅਮਰੀਕਾ ਦੇ ਖੇਤੀ ਉਤਪਾਦਾਂ ਦੀ ਭਾਰਤ ਦੇ ਵਿੱਚ ਆਮਦ ਵਧਣ ਨਾਲ ਸੋਇਆਬੀਨ, ਮੱਕੀ, ਕਪਾਹ ਤੇ ਡੇਅਰੀ ਸੈਕਟਰ ਤੁਰੰਤ ਪ੍ਰਭਾਵਿਤ ਹੋਣਗੇ। ਮੋਰਚੇ ਨੇ ਇੱਕ ਪ੍ਰੈਸ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2025 ਨੂੰ ਲਾਲ ਕਿਲੇ ਦੀ ਫਸੀਲ ਤੋਂ ਐਲਾਨ ਕੀਤਾ ਸੀ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਉਹ ਨਿੱਜੀ ਤੌਰ ਤੇ ਭਾਰੀ ਕੀਮਤ ਚੁਕਾਉਣ ਲਈ ਤਿਆਰ ਨੇ। ਪਰ ਹੁਣ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਅੱਗੇ ਝੁਕ ਗਏ ਨੇ ਤੇ ਅਮਰੀਕੀ ਖੇਤੀ ਉਤਪਾਦਾਂ ਨੂੰ ਬਿਨਾਂ ਕਿਸੇ ਦਰਾਮਦ ਟੈਕਸ ਦੇ ਭਾਰਤੀ ਬਾਜ਼ਾਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਵੀ ਦੇ ਰਹੇ ਨੇ। ਕਿਸਾਨ ਇਸ ਇਤਿਹਾਸਿਕ ਗੱਦਾਰੀ ਲਈ ਮੋਦੀ ਨੂੰ ਕਦੀ ਮਾਫ ਨਹੀਂ ਕਰਨਗੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਕਹਿੰਦੇ ਨੇ ਕਿ ਅਮਰੀਕਾ ਦੇ ਖੇਤੀ ਉਤਪਾਦਾਂ ਉੱਤੇ 0 ਟੈਰਿਫ ਲੱਗਣ ਦੀ ਚਰਚਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਐਕਸ ਉੱਤੇ ਇੱਕ ਪੋਸਟ ਤੋਂ ਹੋਈ ਹੈ। ਇਸ ਪੋਸਟ ਦੇ ਵਿੱਚ ਉਹਨਾਂ ਕਿਹਾ ਕਿ ਭਾਰਤ ਅਮਰੀਕਾ ਖਿਲਾਫ ਲੱਗਦੇ ਟੈਰਿਫ ਤੇ ਨਾਨ ਟੈਰਿਫ ਬੈਰੀਅਰ ਘਟਾ ਕੇ 0 ਵੱਲ ਵਧੇਗਾ। ਇਸ ਤੋਂ ਇਲਾਵਾ ਅਮਰੀਕਾ ਖੇਤੀ ਸੈਕਟਰ ਨੂੰ ਸਮਝੌਤੇ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਕਹਿ ਰਿਹਾ ਹੈ। ਦੂਜੇ ਪਾਸੇ ਭਾਰਤ ਖੇਤੀ ਖੇਤਰ ਨੂੰ ਇਸ ਸਮਝੌਤੇ ਵਿੱਚ ਸ਼ਾਮਲ ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਸਥਿਤੀ ਸਪਸ਼ਟ ਨਹੀਂ ਕਰ ਰਿਹਾ। ਭਾਰਤ ਸਰਕਾਰ ਵੱਲੋਂ ਦਿੱਤੇ ਗਏ ਅਸਪਸ਼ਟ ਬਿਆਨਾਂ ਨਾਲ ਖਦਸ਼ੇ ਹੋਰ ਗਹਿਰੇ ਹੋ ਰਹੇ ਨੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਇਸ ਵਪਾਰ ਸਮਝੌਤੇ ਤਹਿਤ ਭਾਰਤੀ ਬਾਜ਼ਾਰ ਨੂੰ ਭਾਰੀ ਸਬਸਿਡੀ ਪ੍ਰਾਪਤ ਅਮਰੀਕੀ ਖੇਤੀ ਉਤਪਾਦਾਂ ਨਾਲ ਭਰ ਦਿੱਤਾ ਜਾਏਗਾ। ਭਾਰਤ ਦੇ ਕਰੋੜਾਂ ਛੋਟੇ ਤੇ ਦਰਮਿਆਨੇ ਕਿਸਾਨ ਪਰਿਵਾਰ ਤਬਾਹ ਹੋ ਜਾਣਗੇ। ਅਮਰੀਕਾ ਦੇ ਵਿੱਚ 2024 ਦੇ ਤਾਜ਼ਾ ਸਰਵੇ ਮੁਤਾਬਿਕ ਸਿਰਫ 18.8 ਲੱਖ ਕਿਸਾਨ ਨੇ, ਜਦਕਿ ਭਾਰਤ ਵਿੱਚ 2015 ਦੀ ਖੇਤੀ ਜਨਗਣਨਾ ਮੁਤਾਬਿਕ 14.65 ਕਰੋੜ ਖੇਤੀ ਹੋਲਡਿੰਗਾਂ ਨੇ।
ਭਾਰਤ ਦੇ 48% ਮਜ਼ਦੂਰ ਤੇ 65% ਆਬਾਦੀ ਖੇਤੀ ਤੇ ਸਹਾਇਕ ਖੇਤਰਾਂ ਤੇ ਨਿਰਭਰ ਨੇ। ਅਮਰੀਕਾ ਤੋਂ ਖੇਤੀ ਉਤਪਾਦਾਂ ਦੀ ਆਮਦ ਵਧਣ ਨਾਲ ਇਹਨਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ ਤੇ ਇਹਨਾਂ ਦੀ ਰੋਜ਼ੀ ਰੋਟੀ ਉੱਤੇ ਅਸਰ ਪਵੇਗਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਮੁਤਾਬਿਕ ਪੀਐਮ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਿਚਾਲੇ ਹੋਏ ਸਮਝੌਤੇ ਨਾਲ ਡੇਰੀ ਖੇਤਰ ਤੇ ਗੰਭੀਰ ਅਸਰ ਪੈਣ ਦਾ ਖਦਸ਼ਾ ਵੀ ਹੈ। ਭਾਵੇਂ ਹਾਲੇ ਇਸ ਸਮਝੌਤੇ ਦੇ ਸਾਰੇ ਵੇਰਵੇ ਜਨਤਕ ਨਹੀਂ ਕੀਤੇ ਗਏ ਨੇ, ਪਰ ਇਹ ਸਪਸ਼ਟ ਹੈ ਕਿ ਡੇਰੀ ਖੇਤਰ ਤੇ ਫੂਡ ਗ੍ਰੇਨਸ ਕਣਕ ਦੇ ਚੌਲ ਤੇ ਇਸ ਸਮਝੌਤੇ ਦਾ ਹਿੱਸਾ ਨੇ। ਉਹ ਅੱਗੇ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਝੌਤੇ ਬਾਰੇ ਖੁਦ ਦੱਸਣ ਦੀ ਬਜਾਏ ਟਰੰਪ ਦੇ ਐਲਾਨ ਤੋਂ ਬਾਅਦ ਫਟਾਫਟ ਐਨਡੀਏ ਭਾਈਵਾਲਾਂ ਦੀ ਮੀਟਿੰਗ ਸੱਦੀ, ਜੋ ਕਿਸੇ ਵੱਡੀ ਗੜਬੜ ਵੱਲ ਇਸ਼ਾਰਾ ਕਰਦੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਤੇ ਭਾਰਤ ਦੇ ਵਿੱਚ ਘੱਟ ਜ਼ਮੀਨਾਂ ਵਾਲੇ ਵੱਧ ਕਿਸਾਨ ਨੇ, ਜਦਕਿ ਅਮਰੀਕਾ ਦੇ ਵਿੱਚ ਕਿਸਾਨ ਘੱਟ ਨੇ, ਪਰ ਲਗਭਗ ਸਾਰਿਆਂ ਦੇ ਕੋਲ ਵੱਧ ਜ਼ਮੀਨਾਂ ਨੇ। ਉਪਰੋਂ ਉਹਨਾਂ ਨੂੰ ਸਬਸਿਡੀਆਂ ਵੀ ਬਹੁਤ ਮਿਲਦੀਆਂ ਨੇ। ਜੇਕਰ ਇਸ ਦੁਵੱਲੇ ਵਪਾਰਕ ਸਮਝੌਤੇ ਵਿੱਚ ਖੇਤੀ ਖੇਤਰ ਨੂੰ ਸ਼ਾਮਲ ਕੀਤਾ ਗਿਆ ਤਾਂ ਇਹ ਤਕੜੇ ਪਹਿਲਵਾਨ ਨੂੰ ਮਾੜੇ ਪਹਿਲਵਾਨ ਨਾਲ ਲੜਾਉਣ ਵਾਲੀ ਗੱਲ ਹੋਵੇਗੀ। ਜੇਕਰ ਖਦਸ਼ੇ ਸਹੀ ਨਿਕਲੇ ਤਾਂ ਭਾਰਤੀ ਬਾਜ਼ਾਰ ਦੇ ਵਿੱਚ ਅਮਰੀਕਾ ਦੇ ਖੇਤੀ ਉਤਪਾਦਾਂ ਦਾ ਹੜ ਆ ਜਾਏਗਾ ਤੇ ਇਹਨਾਂ ਪ੍ਰੋਡਕਟਸ ਦੀ ਕੀਮਤ ਦੇਸ਼ ਦੇ ਖੇਤੀ ਪ੍ਰੋਡਕਟਸ ਤੋਂ ਘੱਟ ਹੋਵੇਗੀ। ਖੇਤੀ ਤੋਂ ਇਲਾਵਾ 35% ਤੋਂ 40% ਕਿਸਾਨ ਡੇਰੀ ਉੱਤੇ ਨਿਰਭਰ ਨੇ। ਇਸ ਲਈ ਕੇਂਦਰ ਸਰਕਾਰ ਨੇ ਬਹੁ ਰਾਸ਼ਟਰੀ ਕੰਪਨੀਆਂ ਵਾਸਤੇ ਦਰਵਾਜ਼ੇ ਖੋਲਣ ਵਾਸਤੇ ਕਿਸਾਨਾਂ ਦੀ ਬਲੀ ਦੇ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਕਿ ਉਹ 4 ਤੋਂ 11 ਫਰਵਰੀ ਤੱਕ ਪਿੰਡਾਂ ਵਿੱਚ ਮੋਦੀ ਸਰਕਾਰ ਦੇ ਖਿਲਾਫ ਮੁਹਿੰਮ ਚਲਾਉਣਗੇ। ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਦੇ ਪੁਤਲੇ ਸਾੜਨਗੇ। ਇਸ ਤੋਂ ਬਾਅਦ 12 ਫਰਵਰੀ ਨੂੰ ਬੁਲਾਈ ਗਈ ਆਮ ਹੜਤਾਲ ਨੂੰ ਤਹਿਸੀਲ ਤੇ ਸ਼ਹਿਰੀ ਕੇਂਦਰਾਂ ਤੇ ਵੱਡੇ ਪੱਧਰ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਕਾਮਯਾਬ ਬਣਾਉਣਗੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਜੇਕਰ ਅਮਰੀਕਾ ਦੇ ਨਾਲ ਹੋਏ ਕਿਸੇ ਵੀ ਵਪਾਰਕ ਸਮਝੌਤੇ ਵਿੱਚ ਖੇਤੀ ਜਾਂ ਫਿਰ ਡੇਰੀ ਖੇਤਰ ਦੇ ਉਤਪਾਦਾਂ ਨੂੰ ਸ਼ਾਮਲ ਕੀਤਾ ਹੋਇਆ ਤਾਂ ਕਿਸਾਨ ਸਾਲ 2020-21 ਵਿੱਚ ਦਿੱਲੀ ਵਿਖੇ ਹੋਏ ਸੰਘਰਸ਼ ਨੂੰ ਦੁਹਰਾਏਗਾ। ਮੁਤਾਬਿਕ ਭਾਰਤ ਵਿੱਚ ਖੇਤੀ ਨਾਲ ਦੇਸ਼ ਦੀ ਅੱਧੀ ਆਬਾਦੀ ਭਾਵ ਲਗਭਗ 70 ਕਰੋੜ ਲੋਕਾਂ ਦੀ ਰੋਜ਼ੀ ਰੋਟੀ ਜੁੜੀ ਹੋਈ ਹੈ ਤੇ ਇਹ ਸੈਕਟਰ ਭਾਰਤ ਦੀ ਰੀੜ੍ਹ ਦੀ ਹੱਡੀ ਬਣਿਆ ਹੋਇਆ ਹੈ। ਖੇਤੀ ਭਾਰਤ ਦੇ ਲਗਭਗ ਅੱਧੇ ਕਾਮਿਆਂ ਨੂੰ ਰੁਜ਼ਗਾਰ ਦਿੰਦੀ ਹੈ, ਪਰ ਸਕਲ ਘਰੇਲੂ ਉਤਪਾਦ ਯਾਨੀ ਜੀਡੀਪੀ ਵਿੱਚ ਇਸ ਦਾ ਯੋਗਦਾਨ ਸਿਰਫ 15% ਹੈ। ਅਮਰੀਕਾ ਕਈ ਸਾਲਾਂ ਤੋਂ ਭਾਰਤ ਦੇ ਖੇਤੀਬਾੜੀ ਖੇਤਰ ਨੂੰ ਵਪਾਰ ਲਈ ਖੋਲਣ ਦਾ ਦਬਾਅ ਬਣਾਉਂਦਾ ਆ ਰਿਹਾ ਹੈ। ਉਹ ਭਾਰਤ ਨੂੰ ਇੱਕ ਵੱਡੇ ਬਾਜ਼ਾਰ ਵਜੋਂ ਵੇਖਦਾ ਹੈ, ਪਰ ਭਾਰਤ ਭੋਜਨ ਸੁਰੱਖਿਆ, ਰੋਜ਼ੀ ਰੋਟੀ ਤੇ ਲੱਖਾਂ ਕਿਸਾਨਾਂ ਦੇ ਹਿੱਤਾਂ ਦਾ ਹਵਾਲਾ ਦੇ ਕੇ ਇਸ ਤੋਂ ਬਚਦਾ ਰਿਹਾ ਤੇ ਗੱਲਬਾਤ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਖੇਤੀ ਉਤਪਾਦਾਂ ਦੇ ਨਿਰਯਾਤ ਯਾਨੀ ਬਰਾਮਦ ਦਾ ਰਿਹਾ ਹੈ। ਭਾਰਤ ਤੇ ਅਮਰੀਕਾ ਦਰਮਿਆਨ ਖੇਤੀ ਵਪਾਰ 8 ਅਰਬ ਡਾਲਰ ਦਾ ਹੈ, ਜਿਸ ਵਿੱਚ ਭਾਰਤ ਚੌਲ, ਝੀਂਗਾ ਤੇ ਮਸਾਲੇ ਬਰਾਮਦ ਕਰਦਾ ਹੈ ਤੇ ਅਮਰੀਕਾ ਮੇਵੇ, ਸੇਬ ਤੇ ਦਾਲਾਂ ਭੇਜਦਾ ਹੈ। ਅਮਰੀਕਾ ਭਾਰਤ ਦੇ ਨਾਲ ਆਪਣੇ 45 ਅਰਬ ਡਾਲਰ ਦੇ ਵਪਾਰ ਘਾਟੇ ਨੂੰ ਘੱਟ ਕਰਨ ਲਈ ਮੱਕੀ, ਸੋਇਆਬੀਨ ਤੇ ਕਪਾਹ ਦੇ ਵੱਡੇ ਖੇਤੀ ਬਰਾਮਦ ਲਈ ਦਰਵਾਜ਼ੇ ਖੋਲਣ ਦੀ ਮੰਗ ਕਰਦਾ ਆ ਰਿਹਾ ਹੈ। ਉਧਰ ਮਾਹਿਰਾਂ ਨੂੰ ਡਰ ਹੈ ਕਿ ਟੈਰਿਫ ਦੇ ਵਿੱਚ ਛੋਟ ਭਾਰਤ ਤੇ ਆਪਣੇ ਘੱਟੋ ਘੱਟ ਸਮਰਥਨ ਮੁੱਲ ਐਮਐਸਪੀ ਤੇ ਸਰਕਾਰੀ ਖਰੀਦ ਨੂੰ ਘਟਾਉਣ ਦੇ ਲਈ ਦਬਾਅ ਪਾ ਸਕਦੀ ਹੈ। ਇਹ ਦੋਵੇਂ ਭਾਰਤੀ ਕਿਸਾਨਾਂ ਦੇ ਲਈ ਮੁੱਖ ਸੁਰੱਖਿਆ ਕਵਚ ਨੇ, ਜੋ ਉਹਨਾਂ ਨੂੰ ਫਸਲਾਂ ਦੇ ਲਈ ਉਚਿਤ ਕੀਮਤਾਂ ਦੀ ਗਰੰਟੀ ਦੇ ਕੇ ਉਹਨਾਂ ਨੂੰ ਅਚਾਨਕ ਕੀਮਤਾਂ ਦੇ ਵਿੱਚ ਕਮੀ ਤੋਂ ਬਚਾਉਂਦੇ ਨੇ ਤੇ ਅਨਾਜ ਖਰੀਦ ਨੂੰ ਯਕੀਨੀ ਬਣਾਉਂਦੇ ਨੇ। ਫਤਿਹ ਮੀਡੀਆ 5 ਦੀ ਇਹ ਖਾਸ ਰਿਪੋਰਟ ਵੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।